ਹਸਤ ਖੇਲਤ ਤੇਰੇ ਦੇਹੁਰੇ ਆਇਆ। ਅਗਲਾ ਵਿਅੰਗ। ਵੈਸੇ ਤਾਂ ਮੈਨੂੰ ਸਾਡੇ ਰਿਸ਼ਤੇਦਾਰ ਵਿਆਹ ਅਤੇ ਮਰਗਤ ਦੇ ਸਮੇਂ ਸੱਦਾ ਨਹੀਂ ਭੇਜਦੇ ਸਨ। ਜਦੋਂ ਕਿਸੇ ਸਮਾਗਮ ਦੀ ਚਿੱਠੀ ਘਰ ਆਉਣੀ ਤਾਂ ਚਿੱਠੀ ਲਿਆਉਣ ਵਾਲੇ ਨੇ ਹੌਲੇ ਦੇ ਕੇ ਕਹਿ ਦੇਣਾ ਕਿ ਭਾਈ ਇੰਦਰ ਸਿੰਘ ਇਸ ਸਮਾਗਮ ਦੇ ਵਿੱਚ ਨਾ ਆਵੇ। ਕਾਰਨ ਸੀ ਕਿ ਹਰ ਸਮਾਗਮ ਵਿੱਚ ਮੇਰੇ ਵੱਲੋਂ ਗੁਰਮਤਿ ਅਨੁਸਾਰੀ ਸਮਾਗਮ ਕਰਨ 'ਤੇ ਜ਼ੋਰ ਦੇਣਾ। ਜੇ ਕਿਧਰੇ ਮਨਬੱਤ ਹੁੰਦੀ ਵੇਖਣੀ ਤਾਂ ਰੋਕਣ ਦੀ ਕੋਸ਼ਿਸ਼ ਕਰਨੀ। ਜੇ ਫਿਰ ਵੀ ਮਸਲਾ ਬਸ ਤੋਂ ਬਾਹਰ ਹੋ ਜਾਵੇ ਤਾਂ ਬੋਲੇ ਸੋ ਨਿਹਾਲ ਦੇ ਜੈਕਾਰੇ ਲਾ ਕੇ ਸਾਰਿਆਂ ਨੂੰ ਗਲਤ ਕੰਮਾਂ ਤੋਂ ਰੋਕਣਾ। ਖਾਸ ਕਰਕੇ ਸ਼ਰਾਬ ਤਾਂ ਹਰ ਥਾਂ ਪਾਣੀ ਵਾਂਗੂ ਵਗਦੀ ਹੈ। ਅਜਿਹੇ ਕਈ ਸਾਰੇ ਕਾਰਨਾਂ ਕਰਕੇ ਮੇਰੇ ਵਿਰੁੱਧ ਅੰਦਰ ਖਾਤੇ ਬਾਈਕਾਟ ਦਾ ਹੁਕਮਨਾਮਾ ਸਮਝ ਲਓ ਜਾਰੀ ਹੋ ਗਿਆ ਸੀ ਰਿਸ਼ਤੇਦਾਰਾਂ ਵੱਲੋਂ ਅਤੇ ਜਾਣਕਾਰਾਂ ਵੱਲੋਂ। ਜਥੇਦਾਰ ਜੋਗਿੰਦਰ ਸਿੰਘ ਬੇਦਾਂਤੀ ਨੇ ਤਾਂ ਮੇਰੇ ਵਿਰੁੱਧ ਬਾਈਕਾਟ ਵਾਲਾ ਹੁਕਮਨਾਮਾ ਅਕਤੂਬਰ 2006 ਵਿੱਚ ਜਾਰੀ ਕੀਤਾ ਸੀ, ਜਿਸ ਦਾ ਮੇਰੇ ਉੱਤੇ ਬਹੁਤਾ ਅਸਰ ਨਾ ਪਿਆ ਕਿਉਂਕਿ ਘਰੇਲੂ ਅਤੇ ਰਿਸ਼ਤੇਦਾਰਾਂ ਵਾਲੇ ਹੁਕਮਨਾਮਿਆਂ ਦਾ ਸੰਤਾਪ ਤਾਂ ਮੈਂ ਪਹਿਲਾਂ ਹੀ ਝੱਲ ਚੁੱਕਿਆ ਸੀ। ਇੱਕ ਅਤਿਅੰਤ ਨੇੜੇ ਦੀ ਰਿਸ਼ਤੇਦਾਰੀ ਵਿੱਚ ਮੈਨੂੰ 35 ਕੁ ਸਾਲ ਪਹਿਲਾਂ ਬੁਲਾ ਲਿਆ ਗਿਆ। ਅਖੰਡ ਪਾਠ ਦਾ ਭੋਗ ਪਿਆ ਤਾਂ ਮੈਂ ਧੱਕੇ ਜਿਹੇ ਨਾਲ ਹੀ ਮਨਮੱਤਾਂ ਦੇ ਵਿਰੁੱਧ ਕਥਾ ਕੀਤੀ, ਸ਼ਰਾਬ ਦੇ ਵਿਰੁੱਧ ਬੋਲਿਆ। ਤਦੋਂ ਕਿਸੇ ਨੇ ਮੇਰਾ ਵਿਰੋਧ ਨਾ ਕੀਤਾ, ਚੁੱਪ ਕਰਕੇ ਸੁਣ ਲਿਆ। ਗੁਰਮਤਿ ਮਿਸ਼ਨਰੀ ਕਾਲਜ ਦੀਆਂ ਕਿਤਾਬਾਂ ਮੈਂ ਦੀ ਇੱਥੇ ਸਟਾਲ ਸਜਾ ਲਈ। ਹੁਣ ਤੱਕ ਤਾਂ ਘਰ ਦੇ ਮੁਖੀ ਨੇ ਸਾਰਾ ਕੁਝ ਬਰਦਾਸ਼ਤ ਕਰ ਲਿਆ ਸੀ। ਇੱਥੇ ਘਰ ਵਿੱਚ ਲੱਗੀ ਕਿਤਾਬਾਂ ਦੀ ਦੁਕਾਨ ਵੇਖ ਕੇ ਉਸਦੇ ਸਬਰ ਦਾ ਪਿਆਲਾ ਪੂਰੀ ਤਰ੍ਹਾਂ ਛਲਕ ਪਿਆ। ਮੇਰੇ ਕੋਲ ਆ ਕੇ ਕਹਿਣ ਲੱਗਿਆ, ਇਹ ਮੇਰਾ ਘਰ ਹੈ, ਮੱਛੀ ਮਾਰਕੀਟ ਨਹੀਂ ਹੈ, ਬੰਦ ਕਰ ਆਪਣੀ ਦੁਕਾਨ। ਮੈਂ ਪੁੱਛਿਆ ਕਿ ਤੈਨੂੰ ਮੇਰੀ ਦੁਕਾਨ ਤੇ ਮੱਛੀਆਂ ਨਜ਼ਰ ਕਿਉਂ ਆਉਂਦੀਆਂ ਹਨ? ਇਹ ਤਾਂ ਜੀਵਨ ਸੰਵਾਰਨ ਵਾਲੀਆਂ ਧਾਰਮਿਕ ਕਿਤਾਬਾਂ ਅਤੇ ਗੁਰਬਾਣੀ ਦੇ ਗੁਟਕੇ ਹਨ। ਤੈਨੂੰ ਮੇਰਾ ਚੰਗਾ ਕੰਮ ਬੁਰਾ ਲੱਗਦਾ ਹੈ ਤੇ ਆਲੇ ਦੁਆਲੇ ਸ਼ਰਾਬ ਪੀਣ ਵਾਲੇ ਚੰਗੇ ਲੱਗਦੇ ਹਨ। ਆਪਣੇ ਦਿਮਾਗ ਦਾ ਇਲਾਜ ਕਰਵਾ ਜਾ ਕੇ। ਉਹ ਥੋੜਾ ਜਿਹਾ ਢਿੱਲਾ ਜਿਹਾ ਪੈ ਗਿਆ ਤੇ ਲੜਾਈ ਟਾਲਣ ਦੇ ਰੌਂ ਵਿੱਚ ਕਹਿਣ ਲੱਗਿਆ, ਅੰਦਾਜ਼ਨ ਇੱਥੇ ਕਿੰਨੇ ਕੁ ਰੁਪਇਆਂ ਦੀ ਕਿਤਾਬਾਂ ਦੀ ਵਿਕਰੀ ਹੋ ਜਾਵੇਗੀ? ਮੈਂ ਸਹਿਜ ਭਾਅ ਨਾਲ ਕਹਿ ਦਿੱਤਾ ਕਿ ਲਗਭਗ 500 ਰੁਪਏ ਦੀਆਂ ਤਾਂ ਵਿਕ ਹੀ ਜਾਣਗੀਆਂ। ਉਸਨੇ ਤੁਰੰਤ ਮੈਨੂੰ 500 ਰੁਪਏ ਫੜਾ ਦਿੱਤੇ ਤੇ ਦੁਕਾਨ ਬੰਦ ਕਰਨ ਦਾ ਫਰਮਾਨ ਸੁਣਾ ਦਿੱਤਾ। ਮੈਂ 500 ਰੁਪਏ ਦੀਆਂ ਕਿਤਾਬਾਂ ਉਸਦੇ ਹਵਾਲੇ ਕਰਕੇ ਬਾਕੀ ਕਿਤਾਬਾਂ ਸਾਂਭ ਕੇ ਥੈਲੇ ਵਿੱਚ ਪਾ ਲਈਆਂ। ਅਗਲੇ ਦਿਨ ਅਸੀਂ ਬਰਾਤ ਲੈ ਕੇ ਮੁੰਡੇ ਨੂੰ ਵਿਆਹੁਣ ਚੱਲ ਪਏ। ਚਾਹ ਪਾਣੀ ਤੋਂ ਮਗਰੋਂ ਆਨੰਦ ਕਾਰਜ ਦਾ ਸੱਦਾ ਆ ਗਿਆ। ਸਾਰਿਆਂ ਦੇ ਬੈਠ ਜਾਣ ਤੇ ਕੀਰਤਨ ਹੋਇਆ। ਬਿਨਾਂ ਕਿਸੇ ਨੂੰ ਪੁੱਛੇ ਬਾਅਦ ਵਿੱਚ ਮੈਂ ਮਾਈਕ ਤੇ ਜਾ ਖੜਿਆ। ਸਿਹਰੇ ਬੰਨਣੇ, ਹਾਰ ਪਾਉਣੇ, ਬਿਊਟੀ ਪਾਰਲਰਾਂ ਵੀ ਜਾਣਾ ਤੇ ਹੋਰ ਮਨਾਮਤਾਂ ਦੇ ਵਿਰੁੱਧ ਮੈਂ ਖੂਬ ਬੋਲਿਆ। ਆਨੰਦ ਕਾਰਜ ਤੋਂ ਮਗਰੋਂ ਅਸੀਂ ਆਪਣੇ ਟਿਕਾਣੇ ਤੇ ਆ ਗਏ। ਹਾਲੀ ਰੋਟੀ ਖਾਣੀ ਸੀ। ਪਰਿਵਾਰ ਦਾ ਉਹੀ ਮੁਖੀ ਸੜਦਾ ਭੁੱਜਦਾ ਮੇਰੇ ਕੋਲ ਆ ਗਿਆ ਤੇ ਕਹਿਣ ਲੱਗਿਆ, ਗਿਆਨੀ ਜੀ ਤੁਸੀਂ ਚੰਗਾ ਨਹੀਂ ਕੀਤਾ, ਸਾਡਾ ਭਾਰੀ ਨੁਕਸਾਨ ਕਰਵਾ ਦਿੱਤਾ। ਤੁਹਾਨੂੰ ਕਿਹਨੇ ਇਜਾਜ਼ਤ ਦਿੱਤੀ ਸੀ ਉੱਥੇ ਭਾਸ਼ਣ ਝਾੜਨ ਦੀ? ਤੁਹਾਡੇ ਇਸ ਬੇਹੂਦਾ ਲੈਕਚਰ ਕਾਰਨ ਸਾਡਾ ਕਈ ਹਜ਼ਾਰ ਰੁਪਏ ਦਾ ਨੁਕਸਾਨ ਹੋ ਗਿਆ। ਉਹ ਆਪਣੀ ਭੜਾਸ ਕੱਢ ਕੇ ਹੋਰ ਕੰਮਾਂ ਵਿੱਚ ਰੁੱਝ ਗਿਆ। ਮੇਰੀ ਗੱਲ ਹੀ ਨਾ ਉਸਨੇ ਸੁਣੀ। ਵਿਆਹ ਦੀਆਂ ਰਸਮਾਂ ਨਿਭਾਉਣ ਤੋਂ ਬਾਅਦ ਅਸੀਂ ਵਾਪਸ ਆਪਣੇ ਅਸਲੀ ਪਿੰਡ ਪਹੁੰਚ ਗਏ। ਰਾਤ ਪੈ ਗਈ ਸੀ। ਲੋੜ ਅਨੁਸਾਰ ਖਾਣਾ ਖਾ ਕੇ ਅਸੀਂ ਸਾਰੇ ਸੌਂ ਗਏ। ਅਗਲੇ ਦਿਨ ਮੈਂ ਘਰ ਦੇ ਮੁਖੀ ਨੂੰ ਆਪਣੇ ਕੋਲ ਬੁਲਾ ਲਿਆ। ਮੈਂ ਉਸ ਨੂੰ ਨਿਮਰਤਾ ਨਾਲ ਆਖਿਆ ਕਿ ਮੇਰੇ ਲੈਕਚਰ ਕਾਰਨ ਜੋ ਤੁਹਾਡਾ ਨੁਕਸਾਨ ਹੋਇਆ ਹੈ ਮੈਨੂੰ ਉਹ ਦੱਸ ਦਿਓ। ਇਸੇ ਵਕਤ ਨਾ ਸਹੀ ਪਰ ਮੈਂ ਤੁਹਾਨੂੰ ਬਾਅਦ ਵਿੱਚ ਉਹ ਪੈਸੇ ਪਹੁੰਚਾ ਦਿਆਂਗਾ। ਆਖਣ ਲੱਗਾ, ਕਰੀਬ 5,000 ਰੁਪਏ ਦਾ ਨੁਕਸਾਨ ਸਾਡਾ ਹੋ ਗਿਆ ਹੈ। ਮੈਂ ਅੱਗੇ ਗੱਲ ਤੋਰਦਿਆਂ ਆਖਿਆ, ਮੇਰਾ ਤੁਹਾਡੇ ਨਾਲ ਵਾਅਦਾ ਰਿਹਾ 5,000 ਰੁਪਏ ਮੈਂ ਜ਼ਰੂਰ ਦੇ ਦਿਆਂਗਾ, ਪਰ ਇਸ ਗੱਲ ਨੂੰ ਯਾਦ ਰੱਖਣਾ ਕਿ ਗੁਰਮਤ ਦੇ ਅਸੂਲਾਂ ਤੇ ਪਹਿਰਾ ਦਿੰਦਿਆਂ ਤੁਹਾਡੇ ਕਹਿਣ ਮੁਤਾਬਕ 5,000 ਰੁਪਏ ਦਾ ਨੁਕਸਾਨ ਤਾਂ ਹੋ ਗਿਆ, ਪਰ ਅੱਖਾਂ ਖੋਲ੍ਹ ਕੇ ਤੁਸੀਂ ਨਹੀਂ ਵੇਖਿਆ ਕਿ ਸਿੱਖੀ ਅਸੂਲਾਂ ਦਾ ਮਲੀਆ ਮੇਟ ਕਰਨ ਵਾਸਤੇ ਤੁਸੀਂ 20,000 ਦੀ ਸ਼ਰਾਬ ਵੰਡ ਦਿੱਤੀ। ਸ਼ਰਾਬ ਦੀਆਂ ਬੋਤਲਾਂ ਲੈ ਕੇ ਕਈ ਸਾਰੇ ਤਾਂ ਇੱਥੇ ਹੀ ਪੀਂਦੇ ਗਏ ਤੇ ਡਿੱਗਦੇ ਗਏ।
कई सारे बोतलां चुक के नेड़े ਦੀਆਂ पानी वालियां मोटरां ते चले गए। पींदे गए, नहाउंदे गए ते डिगदे गए ते ਉੱਥੇ ਹੀ ਸੌਂ ਗਏ। ਉਹਨਾਂ ਸਾਰਿਆਂ ਨੂੰ ਲੱਭ ਕੇ ਲਿਆਉਣ ਵਿੱਚ 2-3 ਘੰਟੇ ਤੁਹਾਡੇ ਵਿਅਰਥ ਚਲੇ ਗਏ। ਫਿਰ ਵਾਪਸ ਆਉਂਦਿਆਂ ਬੱਸ ਸ਼ਰਾਬੀਆਂ ਨਾਲ ਭਰੀ ਹੋਈ ਸੀ। ਡਰਾਈਵਰ ਵੀ ਸ਼ਰਾਬੀ ਸੀ। ਹਰ ਕੋਈ ਆਪੋ ਆਪਣੀ ਮਰਜ਼ੀ ਦੀ ਕਸ਼ਟ ਲਾਉਣ ਨੂੰ ਡਰਾਈਵਰ ਨੂੰ ਆਖ ਰਿਹਾ ਸੀ ਤੇ ਡਰਾਈਵਰ ਦੇ ਨਾਲ ਧੱਕਾ ਮੁੱਕੀ ਹੁੰਦਿਆਂ ਬੱਸ ਖਦਾਨਾਂ ਵਿੱਚ ਉਤਰ ਗਈ। ਸ਼ੁਕਰ ਹੈ ਵੱਡਾ ਹਾਦਸਾ ਨਹੀਂ ਹੋਇਆ। ਇਹ ਸਾਰੇ ਬੰਦੇ ਗੁਰਮਤ ਵਿਰੋਧੀ ਕੰਮ ਕਰਦੇ ਤੈਨੂੰ ਕਿਧਰੇ ਨਜ਼ਰ ਨਹੀਂ ਆਏ। ਤੇਰੇ ਅੰਦਰ ਕੋਈ ਤੜਫ ਪੈਦਾ ਨਾ ਹੋਈ, ਬੇਚੈਨੀ ਪੈਦਾ ਨਾ ਹੋਈ। ਮੇਰੇ ਲੈਕਚਰ ਕਰਨ ਨਾਲ ਤੇਰੇ ਕਹਿਣ ਮੁਤਾਬਕ ਤੇਰਾ ਜੋ ਨੁਕਸਾਨ ਹੋ ਗਿਆ ਉਹ ਤੈਨੂੰ ਬਾਰ-ਬਾਰ ਚੇਤੇ ਆ ਰਿਹਾ ਹੈ। ਸ਼ਾਇਦ ਸਾਰੀ ਉਮਰ ਨਾ ਭੁੱਲੇ। ਪਰ ਕੀ ਤੂੰ ਸਿੱਖ ਹੈ? ਕੀ ਤੂੰ ਕਦੀ ਗੁਰਬਾਣੀ ਪੜ੍ਹੀ ਹੈ? ਤੂੰ ਪੜ੍ਹਿਆ ਲਿਖਿਆ ਚੰਗੀ ਨੌਕਰੀ ਤੇ ਲੱਗਿਆ ਹੋਇਆ ਹੈ। ਸ਼ਰਾਬ ਦੀਆਂ ਬੋਤਲਾਂ ਵਰਤਾਉਂਦੇ ਨੂੰ ਤੈਨੂੰ ਸ਼ਰਮ ਨਾ ਆਈ, ਪਰ ਮੇਰੇ ਲੈਕਚਰ ਤੇ ਤੈਨੂੰ ਬਹੁਤ ਸ਼ਰਮ ਆ ਗਈ ਹੈ। ਮੇਰੀਆਂ ਗੱਲਾਂ ਦਾ ਇੱਥੇ ਮੇਰੇ ਕੋਲ ਬੈਠ ਕੇ ਜਵਾਬ ਦੇ। ਉਹ ਕਾਫੀ ਦੇਰ ਤੱਕ ਗੰਭੀਰ ਹੋਇਆ ਬੈਠਾ ਰਿਹਾ। ਅਖੀਰ ਕੰਬਦੇ ਹੋਠਾਂ ਦੇ ਜੁੜੇ ਹੱਥਾਂ ਨਾਲ ਇੰਨਾ ਹੀ ਆਖ ਸਕਿਆ, ਮੇਰੇ ਤੋਂ ਗਲਤੀ ਹੋ ਗਈ ਜੀ, ਮੈਨੂੰ ਮਾफ़ ਕਰ ਦਿਓ। ਅੱਗੇ ਵਾਸਤੇ ਇਸ ਤਰ੍ਹਾਂ ਦੀ ਮੈਂ ਗੱਲ ਕਦੀ ਨਹੀਂ ਕਰਾਂਗਾ। ਆਖੋ ਸਤਨਾਮ।